ਅੱਛਾ ਡਾਕਟਰ ਸਾਹਿਬ, ਮੈਨੂੰ ਇਹ ਵੀ ਦੱਸੋ ਕਿ ਅਕਸਰ ਅਸੀਂ ਜਦੋਂ ਸੋ ਕੇ ਉੱਠਨੇ ਆ ਨਾ, ਤੇ ਅਸੀਂ ਇੰਨਾ ਐਕਟਿਵ ਨਹੀਂ ਫੀਲ ਕਰਦੇ। ਹਾਲਾਂਕਿ ਅਸੀਂ 5 6 7 ਘੰਟਿਆਂ ਦੀ ਨੀਂਦ ਵੀ ਪੂਰੀ ਕੀਤੀ ਹੁੰਦੀ ਹੈ, ਲੇਕਿਨ ਫਿਰ ਵੀ ਜਦੋਂ ਅਸੀਂ ਉੱਠਨੇ ਆ ਤੇ ਸਾਨੂੰ ਲੱਗਦਾ ਅਸੀਂ ਬਹੁਤ ਥੱਕੇ ਹੋਏ ਹਾਂ, ਸਾਡੇ ਜਿਸਮ 'ਚ ਦਰਦ ਹੋ ਰਹੀ ਹੈ ਤੇ ਅਸੀਂ ਬਹੁਤ ਸੁਸਤ ਜਿਹਾ, ਮਤਲਬ ਪੂਰਾ ਦਿਨ ਸਾਡਾ ਸੁਸਤ ਗੁਜ਼ਰਦਾ ਹੈ। ਤੇ ਇਹਦੇ ਪਿੱਛੇ ਕੀ ਰੀਜ਼ਨ ਹੁੰਦੀ ਹੈ? ਦੇਖੋ ਜੀ, ਮਰੀਜ਼ ਆ ਕੇ ਨਾ ਅਕਸਰ ਇਹ ਤੁਹਾਡੇ ਦੀ ਕੰਪਲੇਨ ਜਿਹੜੀ ਇਹ ਕਰ ਦੇਣਗੇ ਜੀ, ਡਾਕਟਰ ਸਾਹਿਬ ਇਹ ਦੱਸੋ, ਮੈਂ ਹਾਲਾਂਕਿ ਸਭ ਕੁਝ ਠੀਕ ਹੈਗਾ ਪਰ ਸਵੇਰ ਥੱਕਾ ਉੱਠਦਾ, ਵਰਨਾ ਸਵੇਰ ਤੇ ਫਰੈਸ਼ ਹੋਣਾ ਚਾਹੀਦਾ ਹੈ ਨਾ। ਦੇਖੋ ਉਹਦੀ ਤਿੰਨ ਵਜੂਹਾਤ ਹੋ ਸਕਦੀਆਂ ਹਨ। ਇੱਕ ਵਜ੍ਹਾ ਤਾਂ ਉਹਦੀ ਇਹ ਹੋ ਸਕਦੀ ਹੈ, ਅਗਰ ਤੁਹਾਡੀ ਨੀਂਦ ਠੀਕ ਨਹੀਂ ਹੈ। ਅਸੀਂ ਨੀਂਦ ਨੂੰ ਸਮਝਦੇ ਹਾਂ ਕਿ ਅਗਰ 7 ਘੰਟੇ ਸੋ ਗਏ ਤਾਂ ਬੜੀ ਅੱਛੀ ਨੀਂਦ ਆ ਗਈ। ਨੋ, ਕੁਆਂਟਿਟੀ ਆਫ ਸਲੀਪ ਇੱਕ ਹੋਰ ਚੀਜ਼ ਹੈਗੀ ਹੈ, ਕੁਆਲਿਟੀ ਆਫ ਸਲੀਪ ਇੱਕ ਹੋਰ ਚੀਜ਼ ਹੈ। ਜਿਹੜੀ ਕੁਆਲਿਟੀ ਸਲੀਪ ਦੀ ਅੱਛੀ ਨਹੀਂ ਹੋਗੀ ਤੇ ਤੁਹਾਡੀ ਬੋਡੀ 'ਚ ਰਿਪੇਅਰ ਨਹੀਂ ਹੁੰਦਾ, ਤੁਹਾਡੀ ਥਕਾਵਟ ਖਤਮ ਨਹੀਂ ਹੁੰਦੀ, ਸਵੇਰ ਤੁਸੀਂ ਥਕੇ ਥਕੇ ਰਹਿੰਦੇ ਹੋ। ਤੇ ਕੁਆਲਿਟੀ ਆਫ ਸਲੀਪ ਅੱਛੀ ਹੋਣੀ ਚਾਹੀਦੀ, ਇੱਕ ਵਜ੍ਹਾ ਹੈਗੀ ਹੈ। ਦੂਸਰਾ ਇਹ ਹੈਗਾ ਕਿ ਜਿਨ੍ਹਾਂ ਲੋਕਾਂ ਨੂੰ ਵਿਟਾਮਿਨ ਡੀ ਦੀ ਕਮੀ ਹੈਗੀ ਹੈ ਜਾਂ ਵਿਟਾਮਿਨ ਬੀ ਦੀ ਕਮੀ ਹੈਗੀ ਹੈ, ਜਿਨ੍ਹਾਂ ਲੋਕਾਂ ਨੂੰ ਐਨੀਮਿਕ ਹੈਗੇ, ਬਲੱਡ ਦੀ ਕਮੀ ਹੈਗੀ ਹੈ, ਨਿਊਟ੍ਰੀਸ਼ਨ ਦੀ ਕਮੀ ਹੈਗੀ ਹੈ, ਉਹਨਾਂ ਦੀ ਫਿਰ ਜਿਹੜੀ ਬੋਡੀ ਹੈਗੀ ਹੈ ਨਾ ਉਹ ਕਮਜ਼ੋਰ ਹੁੰਦੀ ਹੈ, ਔਰ ਉਹ ਜਦ ਸਵੇਰ ਸੋ ਕੇ ਉੱਠਦੇ ਨੇ ਤੇ ਉਹਨਾਂ 'ਚ ਫਿਰ ਥਕਾਵਟ ਰਹਿੰਦੀ ਹੈ। ਫਿਰ ਕੁਛ ਬਿਮਾਰੀਆਂ ਐਸੀਆਂ ਹੈਗੀਆਂ, ਮਿਸਾਲ ਦੇ ਤੌਰ 'ਤੇ ਸ਼ੂਗਰ ਦੀ ਬਿਮਾਰੀ ਹੈਗੀ ਹੈ, ਗੈਂਠੀਏ ਦੀ ਬਿਮਾਰੀ ਹੈਗੀ ਹੈ, ਔਰ ਇਸ ਤਰ੍ਹਾਂ ਔਰ ਬਹੁਤ ਸਾਰੀ ਬਿਮਾਰੀਆਂ ਹੈਗੀਆਂ। ਅਤੇ ਇਹਦਾ ਬੈਸਟ ਤਰੀਕਾ ਇਹੀ ਹੈਗਾ ਹੈ ਕਿ ਤੁਸੀਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਣੇ ਜ਼ਹਿਨ ਵਿੱਚ ਲਿਆਓ। ਮੈਨੂੰ ਬਿਮਾਰੀ ਤਾਂ ਕੋਈ ਨਹੀਂ ਹੈਗੀ, ਅਗਰ ਨਹੀਂ ਹੈਗੀ ਤਾਂ ਗੁੱਡ ਇਨਫ। ਫਿਰ ਤੁਸੀਂ ਇਹ ਦੇਖੋ ਕਿ ਮੇਰੀ ਖੁਰਾਕ ਠੀਕ ਹੈਗੀ ਹੈ, ਮੈਨੂੰ ਨਿਊਟ੍ਰੀਸ਼ਨ ਦੀ ਜ਼ਰੂਰਤ ਤਾਂ ਨਹੀਂ ਹੈਗੀ, ਮੈਨੂੰ ਧੁੱਪ ਪੂਰੀ ਲੱਗਦੀ ਹੈ ਕਿ ਨਹੀਂ ਲੱਗਦੀ, ਮੈਂ ਫਰੂਟਸ ਵਗੈਰਾ ਵੈਜੀਟੇਬਲਸ ਖਾਂਦਾ ਕਿ ਨਹੀਂ ਖਾਂਦਾ। ਸਾਡੇ ਕੁਛ ਲੋਕ ਐਸੇ ਵੀ ਹੁੰਦੇ ਨੇ, ਯੂਰਪ ਵਿੱਚ ਖਾਸ ਤੌਰ 'ਤੇ ਸਾਡੇ, ਜਾਂ ਇੱਥੇ ਵੀ, ਜਿਹੜੇ ਮਤਲਬ ਘਰ ਦਾ ਖਾਣਾ ਹੀ ਨਹੀਂ ਖਾਂਦੇ, ਹਮੇਸ਼ਾ ਬਾਹਰ ਦਾ ਖਾਣਾ ਖਾਂਦੇ ਨੇ, ਡੱਬਿਆਂ ਦਾ ਖਾਣਾ ਖਾਂਦੇ ਨੇ। ਤਾਂ ਉਹ ਉਹਨਾਂ ਨੂੰ ਪੂਰੀ ਨਿਊਟ੍ਰੀਸ਼ਨ ਨਹੀਂ ਮਿਲ ਰਹੀ। ਉਹਨਾਂ 'ਚ ਵਿਟਾਮਿਨ ਡੀ ਦੀ ਕਮੀ, ਬੀ ਦੀ ਕਮੀ, ਮੈਗਨੀਸੀਅਮ ਦੀ ਕਮੀ। ਦੇਖੋ ਨਾ, ਇੱਕ ਕੇਲੇ 'ਚ ਤਕਰੀਬਨ 400 ਯੂਨਿਟਸ ਹੁੰਦੀ ਹੈ ਮੈਗਨੀਸੀਅਮ, ਅਤੇ ਇੱਕ ਟੈਬਲੇਟ ਵਿੱਚ 40 50 60 ਜਾਂ ਜਿੰਨੀ ਵੀ ਹੋਵੇ, ਅਤੇ ਇੱਕ ਬੰਦਾ ਕੇਲਾ ਖਾ ਲਵੇ ਤਾਂ ਕਿੰਨੀ ਪੋਟੈਸ਼ੀਅਮ ਮਿਲ ਗਈ, ਮੈਗਨੀਸ਼ੀਅਮ ਮਿਲ ਗਈ, ਖਜੂਰ ਹੋ ਗਈ। ਔਰ ਅਗਰ ਇਹ ਸਾਰੀ ਚੀਜ਼ਾਂ ਤੁਸੀਂ ਕਰ ਰਹੇ ਹੋ ਔਰ ਫਿਰ ਵੀ ਤੁਸੀਂ ਥਕੇ ਹੋ, ਇਹਦਾ ਮਤਲਬ ਹੈ ਤੁਹਾਡੀ ਨੀਂਦ ਠੀਕ ਨਹੀਂ। ਅਤੇ ਨੀਂਦ ਅਗਰ ਤੁਹਾਡੀ ਠੀਕ ਨਹੀਂ ਤਾਂ ਉਹਦੇ 'ਚ ਸਭ ਤੋਂ ਇੰਪੋਰਟੈਂਟ ਅੱਜ ਕੱਲ੍ਹ ਦੇ ਦੌਰ ਦੀ ਚੀਜ਼ ਹੈ ਬਲੂ ਲਾਈਟ। ਯਾਨੀ ਅਸੀਂ ਮੋਬਾਈਲ ਵੇਖਦੇ ਵੇਖਦੇ ਸੌਂਦੇ ਹਾਂ, ਹਾਂ, ਅਸੀਂ ਬੱਤੀ ਅੱਲਾਹ ਬੰਦ ਨਹੀਂ ਤਾਲਾ ਕਰਦੇ। ਅੱਲਾਹ ਤਾਲਾ ਦੇਖੋ ਤੁਸੀਂ, ਇਹ ਬਲੂ ਲਾਈਟ ਸੂਰਜ 'ਚ ਰੱਖੀ ਹੈ, ਔਰ ਇਹ ਬਲੂ ਲਾਈਟ ਆਉਂਦੀ ਰਹਿੰਦੀ ਹੈ ਔਰ ਅਸੀਂ ਜਾਗੇ ਰਹਿੰਦੇ ਹਾਂ। ਜਦੋਂ ਸੂਰਜ ਗਰੂਬ ਹੁੰਦਾ ਤਾਂ ਬਲੂ ਲਾਈਟ ਖਤਮ ਹੋ ਜਾਂਦੀ ਹੈ। ਜਦ ਬਲੂ ਲਾਈਟ ਖਤਮ ਹੁੰਦੀ ਹੈ ਤਾਂ ਬ੍ਰੇਨ ਵਿੱਚ ਮੈਲਾਟੋਨਿਨ ਪੈਦਾ ਹੁੰਦਾ ਹੈ, ਨੀਂਦ ਵਾਲਾ ਹਾਰਮੋਨ, ਅਤੇ ਅਸੀਂ ਸੋ ਜਾਂਦੇ ਹਾਂ। ਹੁਣ ਸਾਡੇ ਇਹ ਜਿਹੜੇ ਫੋਨ ਹੈਗੇ, ਸਾਡੇ TV LED ਵਗੈਰਾ, ਇਹਦੇ 'ਚ ਬਲੂ ਲਾਈਟ ਹੁੰਦੀ ਹੈ, ਤੁਸੀਂ ਉਹ ਦੇਖਦੇ ਰਹਿੰਦੇ ਹੋ, ਤੁਹਾਡੀ ਕਿਤੇ ਵੀ ਮੈਲਾਟੋਨਿਨ ਤੁਹਾਡਾ ਬਣਦਾ ਹੀ ਨਹੀਂ। ਅਤੇ ਜਿਨ੍ਹਾਂ ਲੋਕਾਂ ਨੂੰ ਆਦਤ ਹੈ ਨਾ ਫੋਨ ਸੁਣੇ ਬਗੈਰ ਜਾਂ ਦੇਖੇ ਬਗੈਰ ਉਹ ਸੋ ਹੀ ਨਹੀਂ ਸਕਦੇ, ਬਹੁਤ ਸਾਰੇ ਲੋਕ ਹੈਗੇ ਨੇ, ਉਹਨਾਂ ਨੂੰ ਫਿਰ ਮੇਰਾ ਮਸ਼ਵਰਾ ਹੈਗਾ, ਜਿਹੜਾ ਕਿਸੇ ਹੱਦ ਤੱਕ ਮੈਂ ਵੀ ਕਰਦਾ ਹਾਂ, ਉਹ ਇਹ ਹੈਗਾ ਕਿ ਤੁਸੀਂ ਸੌਣ ਤੋਂ ਪਹਿਲੇ ਫ਼ੋਨ ਦੇਖਣਾ ਬੰਦ ਕਰ ਦਿਓ, ਤੁਸੀਂ ਸੁਣਨਾ ਸ਼ੁਰੂ ਕਰ ਦਿਆ ਕਰੋ। ਮਤਲਬ ਤੁਸੀਂ ਆਵਾਜ਼ ਵੀ ਤਾਂ ਸੁਣ ਸਕਦੇ ਹੋ ਨਾ, ਅਗਰ ਤੁਸੀਂ ਕੁਝ ਚੀਜ਼ਾਂ ਹੈਗੀਆਂ ਤਾਂ ਤੁਸੀਂ ਚਲੋ ਫ਼ੋਨ ਤੁਸੀਂ ਸੁਣ ਲਓ, ਸੁਣਦੇ ਸੁਣਦੇ ਕਈ ਲੋਕ ਸੋ ਜਾਂਦੇ ਨੇ। ਲੇਕਿਨ ਸਭ ਤੋਂ ਬੈਸਟ ਤਰੀਕਾ ਇਹ ਹੈਗਾ, ਤੁਹਾਡੇ ਕਮਰੇ 'ਚ ਪਿਨ ਡ੍ਰੌਪ ਸਾਇਲੈਂਸ ਹੋਣਾ ਚਾਹੀਦਾ ਹੈ, ਲਾਈਟ ਨਹੀਂ ਹੋਣੀ ਚਾਹੀਦੀ, ਔਰ ਤੁਸੀਂ ਦੇਖਣਾ ਨੀਂਦ ਅੱਛੀ ਹੋ ਜਾਏਗੀ। ਫਿਰ ਦਿਨ ਨੂੰ ਥੋੜ੍ਹੀ ਐਗਜ਼ਰਸ਼ਨ ਕਰੋ। ਆਦਮੀ ਥੱਕਿਆ ਹੋਏਗਾ ਨਾ ਤਾਂ ਜਲਦੀ ਸੋਏਗਾ। ਮੁਸ਼ੱਕਤ ਜਿੰਨੀ ਅੱਛਾ, ਹੋਏਗੀ। ਫਿਰ ਇੱਕ ਹੋਰ ਇੰਪੋਰਟੈਂਟ ਚੀਜ਼, ਦੇਖੋ ਜਿਸ ਤਰ੍ਹਾਂ ਲੋਕ ਕਹਿੰਦੇ ਨਾ ਕਿ ਮੌਤ ਦਾ ਇੱਕ ਦਿਨ ਮੁਤੱਯਨ ਹੈ, ਇਸੇ ਜਾਂ ਇੱਕ ਵਕਤ ਮੁਤੱਯਨ ਹੈ, ਇਸੇ ਤਰ੍ਹਾਂ ਨੀਂਦ ਦਾ ਵੀ ਇੱਕ ਟਾਈਮ ਮੁਤੱਯਨ ਹੈ। ਸਾਡੀ ਬਾਇਓਲੋਜੀਕਲ ਕਲੌਕ ਹੁੰਦੀ ਹੈ ਦਿਮਾਗ ਵਿੱਚ, ਔਰ ਤੁਸੀਂ ਓਬਜ਼ਰਵ ਕੀਤਾ ਹੋਏਗਾ ਕਿ ਕੋਈ 10 ਵਜੇ ਸੌਂਦਾ ਹੈ, ਕੋਈ 12 ਵਜੇ, ਕੋਈ 1 ਵਜੇ। ਅਗਰ ਉਹ ਟਾਈਮ 1-2 ਘੰਟੇ ਅੱਗੇ ਨਿਕਲ ਜਾਏ ਨਾ, ਫਿਰ ਵੀ ਨੀਂਦ ਮਰ ਜਾਂਦੀ ਹੈ। ਮਰ ਜਾਂਦੀ ਹੈ। ਤੇ ਹੁਣ ਜਿਵੇਂ ਬਹੁਤ ਸਾਰੇ ਲੋਕਾਂ ਦੀ ਆਦਤ ਬਣੀ ਹੋਈ ਹੈ ਕਿ ਉਹਨਾਂ ਨੇ ਸਵੇਰ ਦੀ ਨਮਾਜ਼ ਪੜ੍ਹ ਕੇ ਸੌਣਾ, ਅਤੇ ਬਸ ਫਿਰ ਉਹ ਫਿਰ ਹੀ ਨੀਂਦ ਆਏਗੀ ਉਹਨਾਂ ਤੇ ਨੂੰ। ਜਿਹੜੀ ਰਾਤ ਦੀ ਨੀਂਦ ਨਹੀਂ ਲੈਂਦੇ, ਗਲਤ ਹੈਗੇ ਨਾ, ਰਾਤ ਦੀ ਨੀਂਦ ਲੈਣੀ ਚਾਹੀਦੀ ਹੈ। ਦੇਖੋ ਨਾ, ਇਹ ਨੇਚਰ ਦੇ ਨਾਲ ਲੜਾਈ ਹੈ ਨਾ, ਮਜਬੂਰੀ ਨਾ ਹੋਵੇ ਤੇ ਅੱਲਾਹ ਤਾਲਾ ਬਣਾਈ। ਤੁਸੀਂ ਦੇਖੋ, ਤੁਹਾਡਾ ਰਾਤ ਦੀ ਜਿਹੜੀ ਨੀਂਦ ਹੁੰਦੀ ਹੈ ਉਹਦੇ ਵਿੱਚ ਤੁਹਾਡਾ ਗਰੋਥ ਹਾਰਮੋਨ ਨਿਕਲਦਾ ਹੈ, ਤੁਹਾਡਾ ਕੋਰਟੀਸੋਲ ਨਿਕਲਦਾ ਹੈ, ਤੁਹਾਡੀ ਰੀਪ੍ਰੋਸੈਸਿੰਗ ਹੁੰਦੀ ਹੈ ਸਾਰੀ। ਦਿਨ ਨੂੰ ਜਿੰਨੀ ਤੁਸੀਂ ਐਕਟੀਵਿਟੀਜ਼ ਕੀਤੀ, ਜਿੰਨਾ ਤੁਸੀਂ ਸਬਕ ਪੜ੍ਹਿਆ, ਯਾਦ ਕੀਤਾ, ਉਹਦੀ ਮੈਮਰੀ ਸਟੋਰੇਜ ਹੁੰਦੀ ਹੈ। ਤੁਹਾਡਾ ਜਿਹੜਾ ਲਿਵਰ ਹੈਗਾ ਉਹਦੀ ਡੀਟੌਕਸੀਫਿਕੇਸ਼ਨ ਹੁੰਦੀ ਹੈ। ਸਾਡੇ ਹੋਰ ਦਿਨ ਦੇ ਜਿਹੜੇ ਅਜ਼ਾ ਹੈਗੇ ਨੇ
ਉਹਨਾਂ ਦੀ ਤੋੜ ਫੋੜ, ਇਹ ਸਟੈਮ ਸੈੱਲ ਦਾ ਤੁਸੀਂ ਨਾਂ ਸੁਣਿਆ ਹੋਵੇਗਾ, ਅੱਜ ਕੱਲ੍ਹ ਤਾਂ ਬੜਾ ਰਿਵਾਜ ਹੈਗਾ ਹੈ ਆਰਟੀਫਿਸ਼ੀਅਲ ਸਟੈਮ ਸੈੱਲ ਲਾਉਣ ਦਾ, ਜਾਂ ਆਰਟੀਫਿਸ਼ੀਅਲ ਦਾ ਮਤਲਬ ਹੈਗਾ ਸਟੈਮ ਸੈੱਲ ਟਰੀਟਮੈਂਟ ਕਰਨ ਦਾ। ਸਾਡੇ ਅੰਦਰ ਸਟੈਮ ਸੈੱਲ ਹੁੰਦੇ ਨੇ, ਇਹ ਫਿਰ ਰਿਪੇਅਰ ਕਰ ਰਹੇ ਹੁੰਦੇ ਨੇ ਸਾਡੀ, ਇਸ ਲਈ ਇਟ ਇਜ਼ ਵੈਰੀ। ਔਰ ਫਿਰ ਇੱਕ ਹੋਰ ਚੀਜ਼ ਬੜੀ ਇੰਪੋਰਟੈਂਟ ਹੈ ਜਿਹਦੀ ਵਜ੍ਹਾ ਤੋਂ ਨੀਂਦ ਖਰਾਬ ਹੁੰਦੀ ਹੈ, ਉਹ ਸੋਚਾਂ ਹੈਗੀਆਂ। ਅਸੀਂ ਛੋਟੀ ਜੀ ਸੋਚ ਲੈ ਕੇ ਦਿਮਾਗ ਵਿੱਚ ਹਾਵੀ ਕਰ ਲੈਂਦੇ ਹਾਵੀ ਆ, ਕਰ ਬਸ ਲੈਂਦੇ ਹਾਂ। ਦਿਮਾਗ 'ਚ ਕੁਝ ਸੋਚਣਾ ਸ਼ੁਰੂ ਕਰ ਦਈਏ ਤੇ ਬਸ ਸੋਚਦੇ ਰਹਿੰਦੇ ਹਾਂ। ਸੋਚਦੇ ਰਹਿੰਦੇ, ਇੰਨਾ ਸੋਚਦੇ ਜਦੋਂ ਤੱਕ ਸਾਡਾ ਦਿਮਾਗ ਥੱਕ ਨਹੀਂ ਜਾਂਦਾ ਤੇ ਉਹ ਡਿਫਰੈਂਟ ਸਾਡੀ ਬਾਡੀ ਦੇ ਆਰਗਨਸ ਨੂੰ ਖਰਾਬ ਨਹੀਂ ਕਰ ਦਿੰਦਾ। ਔਰ ਫਿਰ ਸਾਡੇ ਇੱਕ ਅਕਸਰ ਕਹਾਵਤ ਹੈਗੀ ਹੈ ਜੀ, ਇੱਥੋਂ ਸੁਣੋ ਤੇ ਇੱਥੋਂ ਕੱਢ ਦਿਓ। ਅੱਛਾ, ਮੈਂ ਨਵੀਂ ਕਹਾਵਤ ਬਣਾ ਲਈ ਹੈ ਕਿ ਇਹਨੂੰ ਲੰਘਣ ਵੀ ਕਿਉਂ ਦਿਓ, ਇੱਥੋਂ ਹੀ ਬਾਹਰ ਸੁੱਟ ਦਿਓ। ਸਹੀ ਗੱਲ ਹੈ, ਸਹੀ ਗੱਲ ਹੈ। ਉਹਨੂੰ ਅੰਦਰੋਂ ਗੁਜ਼ਰਨਾ ਵੀ ਨਹੀਂ ਚਾਹੀਦਾ, ਪ੍ਰੋਸੈਸ ਵੀ ਨਹੀਂ ਕਰਾਉਣਾ ਹਾਂ। ਚਾਹੀਦਾ। ਦੇਖੋ ਜੀ, ਬੜੀ ਸਿੰਪਲ ਜੀ ਗੱਲ ਹੈਗੀ ਹੈ, ਜਿਹੜੇ ਬੰਦੇ ਚੰਗੇ ਨਹੀਂ ਲੱਗਦੇ ਨਾ ਮਿਲਿਓ ਉਹਨਾਂ ਨੂੰ। ਅਗਰ ਮਜਬੂਰਨ ਮਿਲਣਾ ਪੈਂਦਾ ਹੈ, ਕਿਉਂਕਿ ਕੁਝ ਰਿਸ਼ਤੇ ਐਸੇ ਹੈਗੇ ਨਾ, ਤੁਸੀਂ ਉਹਨੂੰ ਕੱਟ ਨਹੀਂ ਸਕਦੇ ਕੁਛ ਆਪਣੀ ਤੇ ਜ਼ਿੰਦਗੀ। ਕੁਛ ਤੇ ਐਸੇ ਹੈਗੇ ਨਾ, ਤੁਸੀਂ ਯੂ ਕੈਨ ਆਲਵੇਜ਼ ਸੇ ਗੁੱਡ ਬਾਏ, ਅਨਫਰੈਂਡ ਕਰ ਸਕਦੇ ਹੋ। ਤੇ ਉਹ ਤੇ ਤੁਹਾਡੀ ਫੇਸਬੁੱਕ ਹੋਵੇ ਜਾਂ ਕੁਝ ਵੀ ਹੋਵੇ, ਅਨਫਰੈਂਡ ਕਰੋ ਉਹਨਾਂ ਨੂੰ। ਜਿਨ੍ਹਾਂ ਨੂੰ ਮਿਲਣਾ ਮਜਬੂਰੀ ਹੈ, ਉਹਦੇ 'ਚ ਫਿਰ ਇਹ ਹੈਗਾ ਕਿ ਤੁਸੀਂ ਇਹ ਹੀ ਜ਼ਹਿਨ ਨਹੀਂ ਸਮਝੋ ਕਿ ਜੀ ਇਹ ਹੈ ਹੀ ਐਸਾ, ਇਹਦੇ ਕੋਲੋਂ ਖੈਰ ਦੀ ਤਵੱਕੋ ਹੀ ਨਹੀਂ। ਸਾਨੂੰ ਪਰੇਸ਼ਾਨੀ ਤਦ ਹੁੰਦੀ ਹੈ ਜ਼ਿਆਦਾ ਜਦੋਂ ਸਾਨੂੰ ਤਵੱਕੋ ਹੋਵੇ ਖੈਰ ਦੀ ਔਰ ਸਾਨੂੰ ਖੈਰ ਨਾ ਮਿਲੇ। ਅਗਰ ਤੁਹਾਨੂੰ ਪਤਾ ਹੋਵੇ ਨਾ ਕਿ ਨਹੀਂ ਇਹ ਹੈ ਹੀ ਐਸਾ, ਇਸ ਚੰਗੀ ਗੱਲ ਕਰਨੀ ਨਹੀਂ ਹੈਗੀ, ਯੂ ਕੈਨ ਐਕਸੈਪਟ ਇਟ, ਈਦਰ ਅਵੋਇਡ। ਮੈਂ ਤਾਂ ਬਲਕਿ ਇੱਕ ਦਫਾ ਇੱਕ ਮੇਰਾ ਪੇਸ਼ੈਂਟ ਸੀ, ਅਤੇ ਉਹਨੂੰ ਹੈ ਮਜ਼ਾਕ ਵਾਲੀ ਗੱਲ, ਅਤੇ ਉਹ ਨਾ ਮੀਆਂ ਬੀਵੀ ਲੜਦੇ ਸੀ ਬਹੁਤ ਜ਼ਿਆਦਾ, ਅਤੇ ਗੱਲਾਂ 'ਚ ਕਦੇ ਗਰਦਨ ਹੀ ਦਰਦ, ਅਤੇ ਕਦੇ ਹੈ, ਅਤੇ ਆਉਂਦੇ ਸੀ। ਜੇ ਸਹੇਲੇ ਵੀ ਹੈਗੇ ਸੀ ਅਤੇ ਲੜਦੇ ਵੀ ਬਹੁਤ ਹੈਗੇ ਸੀ। ਉਹ ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇੱਕ ਆਸਾਨ ਤਰੀਕਾ ਮੈਂ ਦੱਸਦਾ, ਜਦੋਂ ਤੁਹਾਨੂੰ ਲੱਗੇ ਨਾ ਕਿ ਜੀ ਇਹ ਖਾਮਖਾ ਲੜਾਈ ਕਰ ਰਿਹਾ ਹੈ ਔਰ ਚੁੱਪ ਵੀ ਨਹੀਂ ਹੋ ਰਿਹਾ, ਅਤੇ ਤੁਸੀਂ ਆਪਣੇ ਦਿਮਾਗ ਵਿੱਚ ਸੋਚਿਆ ਕਰੋ ਪਾਗਲ ਹੈ। ਤੇ ਉਹ ਇਸ ਗੱਲ ਤੋਂ ਲੜਾਈ ਹੋ, ਤੂੰ ਮੈਨੂੰ ਪਾਗਲ ਹੀ ਸੋਚਦਾ ਆਪਣੇ ਦਿਲ 'ਚ ਉਹਨੂੰ ਕਹਿਣਾ ਨਹੀਂ ਹੈ। ਨਹੀਂ, ਕਹਿਣਾ ਨਹੀਂ ਹੈਗਾ, ਕਹਿਣਾ ਤਾਂ ਮਾਰ ਖਾਣੀ ਹੈ ਕਹਿ ਕੇ। ਅੱਛਾ, ਮੈਂ ਸਮਝੀ ਕਹਿਣਾ ਵੀ ਹੈ ਕਿ ਤੂੰ ਤੁਸੀਂ ਪਾਗਲ ਆਪਣੇ ਹੋ ਗਿਆ। ਦਿਮਾਗ ਵਿੱਚ ਸੋਚੋਗੇ ਪਾਗਲ ਹੈਗਾ, ਇਹਦਾ ਕੀ ਹੈਗਾ। ਤੇ ਉਹ ਅਗਲੇ ਵਿਜ਼ਿਟ 'ਤੇ ਆਏ ਤੇ ਬੜੇ ਖੁਸ਼ ਹੈਗੇ ਸੀ, ਕਹਿਣਗੇ ਜੀ ਇਹ ਤਾਂ ਟੋਟਕਾ ਬੜਾ ਕੰਮ ਕਰ ਗਿਆ। ਕਿਉਂਕਿ ਗੁੱਸਾ ਜਿਹੜਾ ਹੈਗਾ ਨਾ, ਕਦੇ ਕਿਸੇ ਨੂੰ ਆ ਸਕਦਾ, ਕਦੇ ਕਿਸੇ ਨੂੰ ਆ ਸਕਦਾ। ਯੂ ਡੋਂਟ ਹੈਵ ਟੂ ਰਿਐਕਟ। ਤੁਸੀਂ ਯਾਦ ਰੱਖੋ, ਗੁੱਸਾ ਤੇ ਨਾ ਆਉਣਾ ਵੀ ਇੱਕ ਬਿਮਾਰੀ ਹੈਗੀ ਹੈ। ਬਿਮਾਰੀ ਦਾ ਮਤਲਬ ਹੈਗਾ ਐਬਨੋਰਮੈਲਿਟੀ ਹੈਗੀ ਹੈ, ਲੇਕਿਨ ਗੁੱਸਾ ਜ਼ਰੂਰਤ ਤੋਂ ਜ਼ਿਆਦਾ ਆਉਣਾ ਸਾਡੀ ਬਿਮਾਰੀ ਹੈਗੀ ਹੈ। ਬਿਲਕੁਲ ਸਹੀ ਹੈ, ਬਿਲਕੁਲ। ਤੇ ਤੁਸੀਂ ਉਹਦੇ 'ਚ ਰਿਐਕਟ ਤਾਂ ਕਰਦੇ ਹੋ, ਨਿੱਕੀ ਜਿਹੀ ਗੱਲ ਹੁੰਦੀ ਹੈ, ਬਹਿਸ ਤੇ ਬਹਿਸ, ਉਸ ਤੋਂ ਇੱਕ ਹੋਰ ਬਹਿਸ, ਤੁਸੀਂ ਉਹ ਜਗ੍ਹਾ ਛੋੜ ਕੇ ਚਲੇ ਜਾਓ, ਖਾਮੋਸ਼ ਹੋ ਜਾਓ, ਜਾਂ ਤੁਸੀਂ ਆਪਣੇ ਜ਼ਹਿਨ ਨਹੀਂ ਸਮਝੋ ਕਿ ਨਹੀਂ ਇਹ ਬੰਦਾ, ਇਹਦਾ ਉਹ ਲੈਵਲ ਹੀ ਨਹੀਂ ਹੈਗਾ ਕਿ ਇਹਦੇ ਨਾਲ ਮੈਂ ਗੱਲ ਕਰਾਂ, ਤੇ ਸਕੂਨ ਆ ਜਾਂਦਾ ਵਕਤੀ ਤੌਰ 'ਤੇ। ਅੱਛਾ ਡਾਕਟਰ ਸਾਹਿਬ, ਨੀਂਦ ਤੇ ਤੁਸੀਂ ਗੱਲ ਕਰ ਰਹੇ ਸੀ ਕਿ ਨੀਂਦ ਚੰਗੀ ਨਹੀਂ ਹੈ ਤੇ ਉਹ ਵੀ ਸਾਡੀ ਜੋ ਹੈ ਨਾ ਸਿਹਤ ਨੂੰ ਬਹੁਤ ਇਫੈਕਟ ਕਰਦੀ ਹੈ, ਖਰਾਬ ਕਰਦੀ ਹੈ। ਨੀਂਦ ਦੇ ਹਵਾਲੇ ਤੋਂ ਨਾ ਮੈਨੂੰ ਇਹ ਦੱਸੋ ਕਿ ਮੈਟਰਸ ਜਿਹੜਾ ਗੱਦਾ ਹੁੰਦਾ ਉਹਦੇ ਬਾਰੇ ਵੀ ਬੜਾ ਮਸ਼ਹੂਰ ਹੁੰਦਾ, ਨਹੀਂ ਤੁਸੀਂ ਹਾਰਡ ਗੱਦੇ 'ਤੇ ਸੋਵੋ, ਤੁਸੀਂ ਮੈਡੀਕੇਟਿਡ ਗੱਦੇ 'ਤੇ ਸੋਵੋ। ਹਾਰਡ ਬੈੱਡ ਦਾ ਕੀ ਕੌਨਸੈਪਟ ਹੈ ਤੇ ਹਾਰਡ ਗੱਦੇ ਦਾ ਕੀ ਕੌਨਸੈਪਟ ਹੈ, ਤੇ ਸਾਨੂੰ ਸੌਣ ਲਈ ਆਪਣੇ ਬੈੱਡ ਦਾ ਇੰਤਖਾਬ ਤੇ ਆਪਣੇ ਗੱਦੇ ਦਾ ਇੰਤਖਾਬ ਕਿਵੇਂ ਕਰਨਾ ਚਾਹੀਦਾ ਹੈ? ਦੇਖੋ ਜੀ, ਉਸ ਤਰ੍ਹਾਂ ਇੰਨੀ ਤਫਸੀਲੀ ਜਾਣ ਦੀ ਜ਼ਰੂਰਤ ਹੀ ਨਹੀਂ ਹੈਗੀ। ਮੈਂ ਤੇ ਹੁਣ ਬਲਕਿ ਸਾਇੰਸ ਵੀ ਇਹੀ ਕਹਿੰਦੀ ਹੈ ਕਿ ਈਵਨ ਇਹ ਜਿਸ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਕਹਿੰਦੇ ਸੀ ਕਮਰ ਦਾ ਦਰਦ ਹੋਵੇ ਤੇ ਹਾਰਡ ਬੈੱਡ ਇਸਤੇਮਾਲ ਕਰੋ। ਹਾਰਡ ਬੈੱਡ ਤੋਂ ਲੋਕਾਂ ਸਮਝ ਲਿਆ ਕਿ ਤਖਤਾ ਹੋਣਾ ਚਾਹੀਦਾ। ਲੋਕ ਤਖਤੇ 'ਤੇ ਇੱਕ ਚਾਦਰ ਵਿਛਾ ਕੇ ਸੌਂਦੇ ਸੀ, ਹੋਰ ਵੀ ਰਗੜ ਹੋ ਜਾਂਦਾ ਸੀ। ਹਾਰਡ ਬੈੱਡ ਤੋਂ ਮੁਰਾਦ ਇਹ ਹੈਗੀ ਹੈ ਕਿ ਸਟ੍ਰੇਟ ਬੈੱਡ ਹੋਣਾ ਚਾਹੀਦਾ, ਡੂੰਘਾ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਲੇਟੋ ਤੇ ਡੂੰਘਾ ਨਹੀਂ ਹੋਣਾ ਚਾਹੀਦਾ। ਇਹ ਤੁਹਾਡੀ ਮੰਜੀ ਉਹ ਕਸੀ ਹੋਈ ਹੋਣੀ ਚਾਹੀਦੀ ਹੈ। ਮੰਜੀਆਂ ਸਾਡੀਆਂ ਥੋੜ੍ਹੇ ਅਰਸੇ ਬਾਅਦ ਉਹਨਾਂ ਨੂੰ ਕੱਸ ਲਓ ਤੇ ਠੀਕ ਰਹਿੰਦੀਆਂ। ਪਿੰਡਾਂ 'ਚ ਦੇਖਿਆ, ਨਹੀਂ ਤੇ ਉਹ ਡੂੰਘੀਆਂ ਹੋ ਜਾਂਦੀਆਂ, ਡੂੰਘੀ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਬੈੱਡ ਚਾਹੇ ਤੁਸੀਂ ਫੋਮ ਇਸਤੇਮਾਲ ਕਰੋ, ਅੱਛੀ ਕੁਆਲਿਟੀ ਦਾ ਫੋਮ ਹੋਣਾ ਚਾਹੀਦਾ। ਸਪਰਿੰਗ ਤੁਸੀਂ ਇਸਤੇਮਾਲ ਕਰੋ। ਜਿਹੜਾ ਗੱਦਾ ਹੈਗਾ ਉਹਨੂੰ ਬਹਿ ਨਹੀਂ ਜਾਣਾ ਚਾਹੀਦਾ, ਅਤੇ ਦੈਟਸ ਵੈਰੀ ਗੁੱਡ ਫॉर ਯੂ। ਹੁਣ ਮੈਡੀਕੇਟਡ ਮਿਲਦਾ ਹੈ ਕਿ ਜੀ ਉਹ ਇੱਥੋਂ ਉਭਰਿਆ ਹੈਗਾ। ਇਹ ਮੈਡੀਕੇਟਡ, ਜਿਸ ਤਰ੍ਹਾਂ ਮੈਂ ਜੁੱਤੀਆਂ ਦੀ ਗੱਲ ਕੀਤੀ ਹੈ ਨਾ, ਡਾਕਟਰ ਨੋਜ਼ ਕਿ ਤੁਹਾਡਾ ਸਪਾਈਨ ਦਾ ਸਟਰਕਚਰ ਕੀ ਹੈਗਾ। ਕਈ ਲੋਕਾਂ ਦੀ ਸਪਾਈਨ ਦਾ ਮਤਲਬ ਹੈ ਕਮਰ ਦੀ ਹੱਡੀ ਦੇ ਮੋਹਰੇ ਟੇੜੇ ਹੁੰਦੇ ਨੇ। ਉਹ ਫਿਰ ਡਾਕਟਰ ਤੁਹਾਨੂੰ ਦੱਸ ਸਕਦਾ ਹੈ ਐਕਸਰੇ ਦੇਖ ਕੇ, ਬੋਡੀ ਨੂੰ ਐਗਜ਼ਾਮਿਨ ਕਰਕੇ, ਕਿ ਮੈਡੀਕੇਟਡ ਇਸਤੇਮਾਲ ਕਰਨਾ ਕਿ ਨਹੀਂ। ਲੇਕਿਨ ਆਮ ਆਦਮੀ ਵਾਸਤੇ ਮੈਂ ਇਹ ਕਹਾਂਗਾ, ਜਿਸ ਬੈੱਡ 'ਤੇ ਤੁਹਾਨੂੰ ਨੀਂਦ ਅੱਛੀ ਆ ਜਾਂਦੀ ਹੈ, ਇਰਰਿਸਪੈਕਟਿਵ
ਉਹ ਕੈਸਾ ਬੈੱਡ ਹੈਗਾ ਹੈ, ਉਹੀ ਤੁਹਾਡੇ ਅਸੀਂ ਅੱਛਾ ਬੈੱਡ ਹੈਗਾ ਹੈ। ਇਸੇ ਤਰ੍ਹਾਂ ਤਕੀਆ, ਸਾਡਿਆਂ ਬਹੁਤ ਸਾਰੇ ਲੋਕ ਜਿਹਨੂੰ ਕਮਰ ਵਿੱਚ ਗਰਦਨ ਹੀ ਦਰਦ ਹੋਵੇ ਉਹਨੂੰ ਕਹਿੰਦੇ ਨੇ ਛੋਟਾ ਤਕੀਆ ਇਸਤੇਮਾਲ ਕਰਨਾ ਚਾਹੀਦਾ। ਇਹ ਵੀ ਕਨਸੈਪਟ ਗਲਤ ਹੈ। ਤੁਸੀਂ ਪਹਿਲੇ ਮਰੀਜ਼ ਕੋਲੋਂ ਪੁੱਛੋ ਕਿ ਉਹ ਸਾਈਡ 'ਤੇ ਸੌਂਦਾ ਹੈ ਜਾਂ ਸਿੱਧਾ। ਅਗਰ ਮਰੀਜ਼ ਸਾਈਡ 'ਤੇ ਸੌਂਦਾ ਹੈ ਤਾਂ ਉਹਦਾ ਤਕੀਆ ਮੋਟਾ ਹੋਣਾ ਚਾਹੀਦਾ ਹੈ, ਉਹਦੀ ਇਹ ਗਰਦਨ ਅਤੇ ਕੰਨ ਇਹ ਜਗ੍ਹਾ ਪੂਰੀ ਫਿਲਅਪ ਹੋਣੀ ਚਾਹੀਦੀ ਹੈ, ਵਰਨਾ ਉਹਦੀ ਗਰਦਨ ਇੰਝ ਹੋ ਜਾਏਗੀ ਕਿ ਛੋਟਾ ਤਕੀਆ ਹੋਏਗਾ। ਜਿਹੜੇ ਲੋਕ ਸਿੱਧੇ ਸੌਂਦੇ ਨੇ ਉਹਨਾਂ ਨੂੰ ਛੋਟਾ ਤਕੀਆ ਇਸਤੇਮਾਲ ਕਰਨਾ ਚਾਹੀਏ। ਬਟ ਅਗੇਨ ਐਟ ਦ ਐਂਡ ਆਫ ਦ ਡੇ ਆਨਸਰ ਟੂ ਦਿਸ ਕੁਐਸਚਨ ਇਜ਼, ਜਿਸ ਤਕੀਏ ਨਾਲ ਤੁਹਾਨੂੰ ਆਰਾਮ ਆਉਂਦਾ ਹੈ ਉਹ ਤਕੀਆ ਇਸਤੇਮਾਲ ਕਰੋ। ਸਾਡੀਆਂ ਸੌਣ ਦੇ ਬੜੇ ਤਰੀਕੇ ਨੇ ਨਾ। ਸਾਡੇ ਇੱਕ ਤਾਂ ਸਿੱਧਾ ਬਿਲਕੁਲ ਹੀ ਇਹ ਸਿੱਧਾ ਹੋ ਕੇ ਲੋਕ ਸੋ ਜਾਂਦੇ ਨੇ, ਉਹ ਤਾਂ ਬੜੇ ਘੱਟ ਲੋਕ ਹੈਗੇ। ਅਕਸਰ ਲੋਕ ਸਾਈਡ 'ਤੇ ਸੌਂਦੇ ਨੇ। ਫਿਰ ਕੁਛ ਲੋਕ ਉਲਟਾ ਸੌਂਦੇ ਨੇ। ਜਿਹੜੇ ਉਲਟਾ ਸੌਂਦੇ ਨੇ ਉਹ ਤਕੀਆ ਨਾ ਲੈਣ ਤਾਂ ਬਿਹਤਰ ਹੈ ਇਹ ਛੋਟਾ ਤਕੀਆ ਲੈਣ। ਅੱਛਾ, ਉਹ ਤਕੀਆ ਬਾਜ਼ੂ 'ਚ ਰੱਖ ਕੇ ਸੌਂਦੇ ਨੇ ਤੇ ਉਹਨਾਂ ਨੂੰ ਸਕੂਨ ਮਿਲਦਾ ਤੇ ਰੱਖਣ ਤੇ ਕੋਈ ਹਰਜ ਨਹੀਂ ਹੈਗਾ। ਯਾਨੀ ਇਹ ਚੀਜ਼ਾਂ ਮਤਲਬ ਮੈਡੀਕੇਟਿਡ ਦਾ ਕਨਸੈਪਟ ਇੰਨਾ ਜ਼ਿਆਦਾ ਆ ਗਿਆ ਕਿ ਹਰ ਘਰ 'ਚ ਨਾ ਉਹਨਾਂ ਨੇ ਕਦੀ ਡਾਕਟਰ ਤੋਂ ਪੁੱਛਿਆ ਨਾ ਕੁਝ ਹੋਰ, ਲੇਕਿਨ ਹਰ ਘਰ 'ਚ ਮੈਡੀਕੇਟਿਡ ਗੱਦੇ ਆ ਚੁੱਕੇ ਨੇ। ਉਹ ਇਹ ਪ੍ਰੋਮੋਸ਼ਨ ਕਰ ਕਰਕੇ ਸਾਡੇ ਦੇਖੋ ਨਾ, ਸਾਡੇ ਐਡਵਰਟੀਜ਼ਮੈਂਟਸ ਇਹ ਕਰ ਕਰਕੇ, ਔਰ ਫਿਰ ਕਈ ਸਾਡੇ ਜਿਹੜੇ ਚੈਨਲਸ ਹੈਗੇ ਨੇ ਉਹਨਾਂ 'ਚ, ਬਿਕਾਜ਼ ਐਵਰੀਬਡੀ ਇਜ਼ ਅ ਫਿਲੋਸੋਫਰ, ਐਵਰੀਬਡੀ ਇਜ਼ ਅ ਡਾਕਟਰ, ਐਵਰੀਬਡੀ ਇਜ਼ ਅ ਪੋਲੀਟੀਸ਼ੀਅਨ, ਐਵਰੀਬਡੀ ਇਜ਼ ਅ ਮੌਲਾਨਾ। ਲੇਕਿਨ ਡਾਕਟਰ ਸਾਹਿਬ ਨਹੀਂ, ਕੁਝ ਮਸਲੇ ਵੀ ਤਾਂ ਇੰਝ ਦੇ ਚੱਲ ਰਹੇ ਨੇ, ਜਿਵੇਂ ਕਮਰ ਦਰਦ ਇੰਨੀ ਕਾਮਨ ਹੈ। ਬੱਚੇ ਯੰਗਸਟਰਸ ਵੀ ਕਹਿੰਦੇ ਨੇ ਉੱਠ ਕੇ ਕਿ ਹੁਣ ਸਾਡੀ ਕਮਰ ਦਰਦ ਰਹਿੰਦੀ ਹੈ, ਅਤੇ ਕਮਰ ਦਰਦ ਤੋਂ ਬਚਣ ਲਈ ਮੈਡੀਕੇਟਿਡ ਗੱਦਿਆਂ ਦਾ ਕਨਸੈਪਟ ਬਹੁਤ ਜ਼ਿਆਦਾ ਵੱਧ ਗਿਆ। ਅਤੇ ਮੈਨੂੰ ਦੱਸੋ ਕਿ ਕਮਰ ਦਰਦ ਦੀ ਵੀ ਰੀਜ਼ਨ ਕੀ ਹੈ ਕਿ ਜਵਾਨਾਂ ਨੂੰ ਵੀ ਕਮਰ ਦਰਦ ਜੈਸੇ ਮਸਲੇ ਨੂੰ ਫੇਸ ਕਰਨਾ ਪੈ ਰਿਹਾ? ਦੇਖੋ ਜੀ, ਇਹ ਤਾਂ ਬਹੁਤ ਬੜਾ ਸਬਜੈਕਟ ਹੈ, ਲੇਕਿਨ ਮੈਂ 2-4 ਚੀਜ਼ਾਂ ਤੁਹਾਨੂੰ ਦੱਸਾਂ। ਅਗਰ ਛੋਟਾ ਬੱਚੇ ਤੋਂ ਮਤਲਬ ਹੈ ਸਕੂਲ ਗੋਇੰਗ ਬੱਚਾ ਕਮਰ ਦਰਦ ਦੀ ਸ਼ਿਕਾਇਤ ਕਰਦਾ ਹੈ, ਲੰਮੀ ਚੌੜੀ ਗੱਲ ਕਰਨ ਤੋਂ ਬਗੈਰ ਉਹਦਾ ਬਸਤਾ ਦੇਖੋ। ਬਸਤੇ 'ਚ ਕੀ ਹੋਏਗਾ ਕਿ ਬਸਤਾ ਭਾਰੀ ਹੋਏਗਾ? ਅੱਛਾ, ਭਾਰੀ। ਉਹਦਾ ਬਸਤਾ ਦੇਖੋ। ਅਗਰ ਉਹ ਭਾਰੀ ਹੈਗਾ ਤੇ 99% ਵਜ੍ਹਾ ਇਹੀ ਬਣੇਗੀ ਕਿ ਉਹਦੀ ਕਮਰ ਵਿੱਚ ਬੋਝ ਜ਼ਿਆਦਾ ਪੈ ਰਿਹਾ ਹੈ। ਫਿਰ ਅਗਲੀ ਚੀਜ਼ ਦੇਖੋ, ਸੀੜੀਆਂ ਚੜ੍ਹਦਾ ਹੈ ਜਾਂ ਥੱਲੇ ਗਰਾਊਂਡ ਫਲੋਰ ਹੈਗਾ ਉਹਦਾ। ਫਿਰ ਤੀਸਰੀ ਚੀਜ਼ ਤੁਸੀਂ ਇਹ ਦੇਖੋ, ਬਾਅਦ ਔਕਾਤ ਕੁਝ ਸਕੂਲ ਐਸੇ ਹੈਗੇ ਨੇ ਜਿੱਥੇ ਕਲਾਸਿਸ ਤੱਕ ਜਾਣ ਵਾਸਤੇ ਤੁਹਾਨੂੰ ਅੱਧਾ ਕਿਲੋਮੀਟਰ ਨਹੀਂ ਤਾਂ ਫਰਲਾਂਗ ਇੱਕ ਟੁਰਨਾ ਪੈਂਦਾ ਹੈ। ਅਗਰ ਕਿਸੇ ਨੂੰ ਦਰਦ ਹੈ, ਉਹ ਨੌਜਵਾਨ ਨੂੰ ਕਮਰ ਦੀ, ਤੇ ਉਹਦੇ ਹੀ ਦੇਖੋ ਉਹਦਾ ਪੋਸਚਰ, ਔਰ ਇਹ ਦੇਖੋ ਕਿ ਉਹ ਕਿੰਨੀ ਦੇਰ ਬੈਠ ਕੇ ਕੰਮ ਕਰਦਾ ਹੈ, ਕਿੰਨੀ ਦੇਰ ਲੇਟ ਕੇ ਕੰਮ ਕਰਦਾ ਹੈ, ਪੋਸਚਰ ਕੀ ਹੈਗਾ ਉਹਦਾ, ਡਰਾਈਵਿੰਗ ਕਰਦਾ ਹੈ, ਮੋਟਰਸਾਈਕਲ ਚਲਾਉਂਦਾ ਹੈ, ਕਿੰਨੀ। ਤਾਂ ਜ਼ਿਆਦਾਤਰ ਜੋ ਕਾਜ਼ਜ਼ ਹੈਗੀਆਂ ਉਹ ਪੋਸਚਰ ਦੀਆਂ ਹੈਗੀਆਂ। ਇਸੇ ਤਰ੍ਹਾਂ ਪੜ੍ਹਾਈ ਕਰਨ ਵੇਲੇ ਅਗਰ ਉਹ ਬਿਲਕੁਲ ਹੀ ਇਸ ਤਰ੍ਹਾਂ ਕਰਕੇ ਕੁਰਸੀ 'ਤੇ ਬੈਠਦਾ ਹੈ ਜਾਂ ਦਫ਼ਤਰ ਵਿੱਚ ਤਾਂ ਪੋਸਚਰ ਇਜ਼ ਦ ਸੈਕਿੰਡ ਇੰਪੋਰਟੈਂਟ ਕਾਜ਼ ਇਨ ਯੰਗ ਏਜ। ਫਿਰ ਤੁਸੀਂ ਆ ਜਾਓ ਬੜੀ ਉਮਰ ਦੇ ਲੋਕਾਂ ਨੂੰ। ਬੜੀ ਉਮਰ ਦੇ ਲੋਕਾਂ 'ਚ ਜ਼ਿਆਦਾਤਰ ਹੱਡੀਆਂ ਜਾਂ ਓਸਟੀਓਪੋਰੋਸਿਸ ਪੁਰਪੁਰੀਆਂ ਹੋ ਜਾਂਦੀਆਂ ਹਨ, ਜਾਂ ਓਸਟੀਓਆਰਥਰਾਈਟਿਸ ਜ਼ਿਆਦਾ ਸਖਤ ਹੋ ਕੇ ਉਹਨਾਂ ਦੀ ਚੋਂਚਾਂ ਨਿਕਲ ਆਉਂਦੀਆਂ, ਅਤੇ ਇਹ ਵਜ੍ਹਾ ਹੁੰਦੀ ਹੈ। ਇਹਨਾਂ ਦਾ ਪ੍ਰੋਪਰ ਇਲਾਜ ਹੋਣਾ ਚਾਹੀਦਾ ਹੈ। ਔਰ ਇੱਕ ਵਜ੍ਹਾ ਜਿਹੜੀ ਕਿਸੇ ਉਮਰ ਵਿੱਚ ਵੀ ਹੋ ਸਕਦੀ ਹੈ, ਉਹ ਹੋ ਸਕਦੀ ਹੈ ਅਗਰ ਚੋਟ ਲੱਗੇ, ਅਗਰ ਕਮਰ ਨੂੰ ਚੋਟ ਲੱਗ ਜਾਏ ਤਾਂ ਇੱਕ ਵਜ੍ਹਾ ਹੋ ਸਕਦੀ ਹੈ। ਤਾਂ ਇਹ ਡਿਪੈਂਡ ਕਰਦਾ ਹੈ। ਲੇਕਿਨ ਹਰ ਬੰਦੇ ਨੂੰ ਕਮਰ ਦਰਦ ਦਾ, ਚਾਹੇ ਉਹ ਬੱਚਾ ਹੋਵੇ ਜਾਂ ਬੜਾ ਹੋਵੇ, ਉਹਨੂੰ ਇਹ ਕਹਿਣਾ ਕਿ ਜੀ ਇਸ ਕਿਸਮ ਦਾ ਬੈੱਡ ਇਸਤੇਮਾਲ ਕਰੋ, ਸੋ ਆਈ ਡੋਂਟ ਐਗਰੀ। ਔਰ ਇੱਕ ਲਾਸਟ 'ਚ ਮੈਂ ਤੁਹਾਨੂੰ ਟਿਪ ਦੇ ਦਿਆਂ, ਬੜਾ ਕਨਸੈਪਟ ਹੈ ਸਾਡੇ ਆ ਕਿ ਜੀ ਜਿਹਨਾਂ ਨੂੰ ਕਮਰ ਵਿੱਚ ਜਾਂ ਤਕਲੀਫ ਵਗੈਰਾ ਹੋਵੇ ਤੇ ਉਹਨੂੰ ਥੱਲੇ ਗੱਦਾ ਵਿਛਾ ਕੇ ਸੌਣਾ ਚਾਹੀਦਾ। ਜ਼ਮੀਨ 'ਤੇ ਲੰਮੇ ਪੈ ਜਾਓ ਤੁਸੀਂ। ਬਿਲਕੁਲ ਗਲਤ ਹੈ। ਇਸ ਵਜ੍ਹਾ ਤੋਂ ਗਲਤ ਹੈਗਾ ਕਿ ਤੁਸੀਂ ਜ਼ਮੀਨ ਤੋਂ ਕਦੇ ਉੱਠ ਕੇ ਵੇਖੋ, ਕਿੰਨਾ ਜ਼ੋਰ ਲਾਉਣਾ ਪੈਂਦਾ, ਤੁਹਾਡੇ ਗੋਡੇ ਵੀ ਰਹਿ ਜਾਣਗੇ, ਕਮਰ ਵੀ ਰਹਿ ਜਾਏਗੀ। ਸੋ ਦੈਟਸ ਨਾਟ ਅ ਗੁੱਡ ਕਨਸੈਪਟ। ਜਿਹੜੇ ਸਾਡੇ ਬਜ਼ੁਰਗ ਅਕਸਰ ਖੁਦਾ ਨਾ ਖਾਸਤਾ ਘਰ 'ਚ ਤੇ ਚਲੋ ਨਹੀਂ, ਲੇਕਿਨ ਖੁਦਾ ਨਾ ਖਾਸਤਾ ਕੋਈ ਫੌਤਗੀ ਹੋ ਜਾਏ ਨਾ, ਤੇ ਉੱਥੇ ਜਾ ਕੇ ਸਾਡੇ ਬਜ਼ੁਰਗ ਵੀ ਥੱਲੇ ਬਹਿ ਰਹੇ ਹੁੰਦੇ ਨੇ, ਤੇ ਜਿਹੜੇ 50-60 ਕ੍ਰਾਸ ਕਰ ਗਏ ਨੇ ਤੇ ਉਹਨਾਂ ਨੂੰ ਕਹਿਣਾ ਕਿ ਥੱਲੇ ਬਹਿ ਜਾਓ, ਇਹ ਉਹਨਾਂ ਲਈ ਖਤਰਨਾਕ ਹੋ ਸਕਦਾ ਹੈ ਕਿ ਕਦੀ ਕਦੀ ਬਹਿ ਜਾਣਾ ਚਾਹੀਦਾ? ਦੇਖੋ ਜੀ, ਗੱਲ ਇਹ ਹੈਗੀ ਹੈ ਕਿ ਅਗਰ ਤੁਸੀਂ ਬੈਠੋ ਔਰ ਤੁਹਾਨੂੰ ਤਕਲੀਫ ਨਾ ਹੋਵੇ ਤਾਂ ਬਹਿ ਜਾਓ। ਲੇਕਿਨ ਅਗਰ ਤੁਹਾਨੂੰ ਤਕਲੀਫ ਹੋ ਰਹੀ ਹੈ ਤਾਂ ਤੁਸੀਂ ਉਸ ਤੋਂ ਬਿਹਤਰ ਹੈ ਕਿ ਕੁਰਸੀ ਇਸਤੇਮਾਲ ਕਰੋ, ਜਾਂ ਉੱਥੇ ਥੋੜ੍ਹੀ ਦੇਰ ਖੜ੍ਹੇ ਹੋ ਕੇ ਫਾਤਿਹਾ ਵਗੈਰਾ ਪੜ੍ਹ ਕੇ ਆ ਜਾਓ। ਯੂ ਹੈਵ ਟੂ ਲੁੱਕ ਆਫਟਰ ਯੂਰ ਬੋਡੀ। ਇੱਕ ਖਾਸ ਹੱਦ ਤੋਂ ਦੇਖੋ, ਅੱਲਾਹ ਤਾਲਾ ਨੇ ਦਰਦ ਕਿਉਂ ਰੱਖਿਆ ਹੈ? ਅੱਲਾਹ ਤਾਲਾ ਦਰਦ ਤਾਂ ਰੱਖਿਆ ਕਿ ਇਸ ਤੋਂ ਅੱਗੇ ਨਹੀਂ ਜਾਣਾ। ਜਦੋਂ ਵੀ ਤੁਸੀਂ ਉਸ ਤੋਂ ਅੱਗੇ ਜਾਓਗੇ, ਅੱਛਾ, ਇਸਲਾਮ ਇੰਨਾ ਖੂਬਸੂਰਤ ਮਜ਼ਹਬ ਹੈਗਾ, ਉਹ ਕਹਿੰਦਾ ਹੈ ਕਿ ਅਗਰ ਤੁਸੀਂ ਖੜ੍ਹੇ ਹੋ ਕੇ ਨਮਾਜ਼ ਨਹੀਂ ਪੜ੍ਹ ਸਕਦੇ ਬੈਠ ਕੇ ਪੜ੍ਹੋ, ਬੈਠ ਕੇ ਨਹੀਂ ਪੜ੍ਹ ਸਕਦੇ ਲੇਟ ਕੇ ਪੜ੍ਹੋ, ਲੇਟ ਕੇ ਵੀ ਨਹੀਂ ਪੜ੍ਹ ਸਕਦੇ ਇਸ਼ਾਰੇ ਦੇ ਨਾਲ ਪੜ੍ਹੋ। ਤੁਸੀਂ ਰੋਜ਼ਾ ਨਹੀਂ ਰੱਖ ਸਕਦੇ ਤੇ ਨਾ ਰੱਖੋ ਤੁਸੀਂ,
ਉਹਦੀ ਜਗ੍ਹਾ ਤੇ ਤੁਸੀਂ ਕਿਸੇ ਹੋਰ ਕੋਲੋਂ ਰੋਜ਼ਾ ਰਖਵਾ ਲਓ। ਜਦੋਂ ਤੰਦਰੁਸਤ ਹੋ ਜਾਓ ਤੇ ਰੋਜ਼ਾ ਰੱਖੋ। ਇਸੇ ਤਰ੍ਹਾਂ ਸਾਡੀ اخلاقیات ਵੀ, ਅਗਰ ਤੁਸੀਂ ਇੱਕ ਬਿਮਾਰ ਹੈਗੇ ਹੋ ਔਰ ਤੁਸੀਂ ਕਿਸੇ ਫੌਤਗੀ ਜਾਂ ਖੁਸ਼ੀ ਦੇ ਮੌਕੇ 'ਤੇ ਵੀ ਅਗਰ ਜਾਓ ਔਰ ਤੁਹਾਡੀ ਬਿਮਾਰੀ ਵੱਧ ਜਾਏ, ਦੈਨ ਅਗੇਨ ਮੈਂ ਤੁਹਾਨੂੰ ਆਪਣੀ ਮਿਸਾਲ ਦਿੰਦਾ, ਮਤਲਬ ਮੈਂ ਐਗਜ਼ਰਟ ਨਹੀਂ ਕਰ ਸਕਦਾ। ਮੈਂ ਕਦੇ ਕਿਸੇ ਨੂੰ ਏਅਰਪੋਰਟ 'ਤੇ ਲੈਣ ਨਹੀਂ ਗਿਆ, ਕਿਉਂਕਿ ਮੈਂ ਕਿਸੇ ਨੂੰ ਏਅਰਪੋਰਟ 'ਤੇ ਲੈਣ ਜਾਂ ਔਰ ਉੱਥੇ ਘੰਟਾ ਖਲੋ ਜਾ ਤੇ ਮੈਂ ਅਗਲੇ 6 ਦਿਨ ਬੈੱਡ 'ਤੇ ਲੰਮਾ ਪਿਆ ਰਹਿੰਦਾ। ਹਮ I mean, that's my health is very important for me.